Waheguru Ji Ka Khalsa, Waheguru Ji Ki Fateh. So in this video we're going to talk about how to improve your English speaking in IELTS or PTE, right? Specifically for IELTS. ਤੇ ਇਹ ਵੀਡੀਓ ਜ਼ਿਆਦਾਤਰ ਬਿਗਿਨਰਸ ਵਾਸਤੇ ਹੈ ਜਿਹੜੇ ਕਿ ਹਜੇ ਕੰਪੀਟ ਕਰ ਰਹੇ ਨੇ ਟੂ ਅਚੀਵ 6 or 6.5 ਬੈਂਡ, ਠੀਕ ਹੈ। ਤਾਂ ਸਭ ਤੋਂ ਪਹਿਲੀ ਗੱਲ ਹੈ, ਇਫ ਯੂ ਵਾਂਟ ਟੂ ਇੰਪਰੂਵ ਯੂਰ ਸਪੀਕਿੰਗ ਯੂ ਗੋਟ ਟੂ ਰਿਕਾਰਡ ਯੋਰਸੈਲਫ। ਡੂ ਰਿਕਾਰਡ ਵੈਨਐਵਰ ਯੂ ਸਪੀਕ। ਦੇਖੋ ਇਹ ਚੀਜ਼ ਤੁਸੀਂ ਛੋਟੀ ਨਾ ਸਮਝੋ ਵੀ ਰਿਕਾਰਡਿੰਗ ਦਾ ਕੀ ਫਾਇਦਾ ਹੋਊਗਾ, ਇਹ ਤਾਂ ਨਵੀਂ ਜੀ ਕੋਈ ਕਾਢ ਕੱਢਤੀ, ਨਵੀਂ ਸਲਾਹ ਮਿਲ ਗਈ ਕੋਈ। ਹਾਂਜੀ, ਇਹ ਸਲਾਹ ਨਵੀਂ ਹੋਏਗੀ ਤੁਹਾਡੇ ਵਾਸਤੇ, ਪਰ ਇਹ ਪ੍ਰੋਮੀਨੈਂਟਲੀ ਯੂਜ਼ ਕੀਤੀ ਜਾਂਦੀ ਹੈ ਹਰ ਇੱਕ ਗਾਇਕ ਵੱਲੋਂ। ਤੁਸੀਂ ਆਮ ਤੌਰ 'ਤੇ ਦੇਖਿਆ ਹੋਏਗਾ, ਕੋਈ ਵੀ ਗਾਇਕ ਹੈ, ਕੋਈ ਵੀ ਗਵਈਆ ਹੈਗਾ, ਠੀਕ ਹੈ, ਉਹਨੇ ਆਪਣੇ ਆਪ ਨੂੰ ਬਹੁਤ ਵਾਰੀ ਰਿਕਾਰਡ ਕੀਤਾ ਹੁੰਦਾ। ਤੁਸੀਂ ਦੇਖਿਆ ਹੋਊਗਾ ਹੈੱਡਫੋਨਸ ਲਗਾ ਕੇ ਰਿਕਾਰਡ ਕਰਦੇ ਹੁੰਦੇ ਨੇ ਬਾਰ-ਬਾਰ, ਹੈ ਨਾ, ਤਾਂ ਕਿ ਉਹ ਫਾਈਨਲੀ ਜਦੋਂ ਬੋਲਦੇ ਨੇ ਨਾ, ਗਾਣਾ ਗਾਉਂਦੇ ਨੇ, ਤਾਂ ਉਹ ਹਿੱਟ ਕਰਨ ਉੱਥੇ ਐਗਜ਼ੈਕਟਲੀ ਉਹਨਾਂ ਦਾ ਸੁਰ, ਤਾਲ, ਰਿਦਮ, ਹੈ ਨਾ, ਉਹਨਾਂ ਨੇ ਜੋ ਗਾਉਣਾ ਆ, ਉਹਨਾਂ ਦੀ ਜੋ ਸ਼ਬਦਾਵਲੀ ਹੈ, ਜੋ ਉਹਨਾਂ ਦਾ ਇੱਕ ਮੈਡੀਟੇਸ਼ਨ ਹੁੰਦੀ ਨਾ ਰਿਦਮ ਦੀ, ਉਹ ਕਿੱਦਾਂ ਗੇਨ ਕਰਦਾ ਕੋਈ ਵੀ ਇਨਸਾਨ। ਉਹ ਬਿਨਾਂ ਗਾਏ, ਬਿਨਾਂ ਪ੍ਰੈਕਟਿਸ ਨਹੀਂ ਕਰ ਸਕਦਾ, ਤਾਂ ਬਿਨਾਂ ਰਿਕਾਰਡ ਕੀਤੇ ਨਹੀਂ ਹੋ ਸਕਦੀ ਗੱਲ। ਤਾਂ ਤੁਸੀਂ ਯਾਦ ਰੱਖੋ, ਤੁਸੀਂ ਅਗਰ ਆਪਣੀ ਆਇਲਟਸ ਸਪੀਕਿੰਗ ਦੇ ਵਿੱਚ ਇੰਪਰੂਵਮੈਂਟ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਰਿਕਾਰਡ ਕਰਨਾ ਪਏਗਾ। ਅਨਡਾਊਟਡਲੀ ਤੁਸੀਂ ਪਹਿਲੀ ਵਾਰੀ ਰਿਕਾਰਡ ਕਰੋਗੇ, ਸੁਣੋਗੇ, ਤੁਹਾਨੂੰ ਲੱਗੇਗਾ ਹਾਂ ਹਾਏ ਇਹ ਮੈਂ ਕਿੱਦਾਂ ਸਾਊਂਡ ਕਰ ਰਿਹਾ, ਪਰ ਇਹ ਪਰਫੈਕਟਲੀ ਨਾਰਮਲ ਆ, ਕਿਉਂਕਿ ਹਰ ਇੱਕ ਇਨਸਾਨ ਜੋ ਆਪਣੇ ਆਪ ਨੂੰ ਸੁਣੂਗਾ ਨਾ ਪਹਿਲੀ ਵਾਰੀ, ਦੂਜੀ ਵਾਰੀ, ਉਹਨੂੰ ਅਜੀਬ ਹੀ ਲੱਗੂਗਾ। ਐਂਡ ਹੁੰਦਾ ਪਤਾ ਕੀ ਹੈ, ਤੁਸੀਂ ਆਪਣੀ ਆਵਾਜ਼ ਨੂੰ ਜਦ ਵੀ ਸੁਣੋਗੇ ਤੁਹਾਨੂੰ ਅਜੀਬ ਲੱਗੂਗੀ, ਪਰ ਦੂਸਰੇ ਇਨਸਾਨ ਨੂੰ ਨਹੀਂ ਲੱਗਦੀ, ਕਿਉਂਕਿ ਤੁਸੀਂ ਆਪਣੀ ਆਵਾਜ਼ ਨੂੰ ਨਾ ਸੁਣਿਆ ਨਹੀਂ ਹੁੰਦਾ ਕਦੀ, ਤੁਸੀਂ ਸਿਰਫ ਆਪਣੀ ਆਵਾਜ਼ ਨਾਲ ਬੋਲਿਆ ਹੁੰਦਾ ਅਤੇ ਬਾਕੀ ਲੋਕਾਂ ਨੇ ਤੁਹਾਡੀ ਆਵਾਜ਼ ਸੁਣੀ ਹੁੰਦੀ ਹੈ। ਇਸ ਕਰਕੇ ਉਹ ਸੁਣਨ 'ਚ ਤੁਹਾਡੀ ਆਵਾਜ਼ ਤਾਂ ਕੰਫਰਟੇਬਲ ਨੇ, ਪਰ ਤੁਸੀਂ ਆਪਣੀ ਆਵਾਜ਼ ਨੂੰ ਸੁਣਨ ਲਈ ਕੰਫਰਟੇਬਲ ਨਹੀਂ ਹੁੰਦੇ, ਇਸ ਕਰਕੇ ਤੁਹਾਨੂੰ ਅਜੀਬ ਲੱਗਦੀ ਹੈ। ਸੋ ਤੁਸੀਂ ਜੇ ਕੰਫਰਟੇਬਲ ਹੋਣਾ ਚਾਹੁੰਦੇ ਹੋ ਤੁਹਾਨੂੰ ਰਿਕਾਰਡ ਕਰਨਾ ਪਏਗਾ, ਅਤੇ ਇਹ ਪਹਿਲੀ ਪੌੜੀ ਹੈ। ਦੂਸਰਾ ਕੰਮ ਕੀ ਹੈਗਾ, ਐਨਾਲਾਈਜ਼। You have to analyze after you record, and you cannot even analyze if you don't record, because ਤੁਸੀਂ ਅਗਰ ਡਿਪੈਂਡੈਂਟ ਹੋ ਨਾ, ਮੈਨੂੰ ਕੋਈ ਟੀਚਰ ਜਿਹੜਾ ਆ ਆਇਲਟਸ ਇੰਸਟੀਟਿਊਟ ਦੇ ਵਿੱਚ ਪੜ੍ਹਾਊਗਾ, ਸਮਝਾਊਗਾ ਰਿਕਾਰਡ ਕਰਕੇ, ਹੈ ਨਾ, ਅਤੇ ਮੈਨੂੰ ਸੁਣ ਕੇ ਉਹ ਮੇਰੇ ਪਿਨ ਪੁਆਇੰਟ ਕਰੂਗਾ ਮਿਸਟੇਕਸ ਨੂੰ, ਮੇਰੀ ਕਮੀਆਂ ਨੂੰ, ਮੇਰੀ ਸਟਰੈਂਥਸ ਨੂੰ ਦੱਸੂਗਾ, ਤਾਂ ਇਹ ਅਨਲਾਈਕਲੀ ਹੈ। ਪਹਿਲੀ ਗੱਲ ਇਹ ਹੈ ਵੀ ਉੱਥੇ ਜ਼ਿਆਦਾਤਰ ਕਾਬਿਲ ਬੰਦੇ ਨਹੀਂ ਹੁੰਦੇ। ਦੂਸਰੀ ਗੱਲ ਹੈ ਉਹਨਾਂ ਕੋਲ ਨਾ ਇੰਨੀ ਸ਼ਿੱਦਤ ਹੁੰਦੀ ਹੈ, ਨਾ ਇੰਨੀ ਸਮਝ ਹੁੰਦੀ ਹੈ, ਸਕਿੱਲ ਨਹੀਂ ਹੁੰਦੀ। ਅਤੇ ਤੀਸਰਾ ਉਹਨਾਂ ਦੀ ਮਜਬੂਰੀ ਹੁੰਦੀ ਹੈ, ਬਿਕਾਜ਼ ਉਹਨਾਂ ਨੇ ਸਿਰਫ ਤੁਹਾਨੂੰ ਨਹੀਂ ਪੜ੍ਹਾਉਣਾ, ਉਹਨਾਂ ਨੇ ਬਾਕੀ ਸਾਰਿਆਂ ਨੂੰ ਵੀ ਇੰਸਪੈਕਟ ਕਰਨਾ ਹੁੰਦਾ, ਤਾਂ ਉਹ ਤੁਹਾਨੂੰ ਨਹੀਂ ਦੱਸ ਪਾਉਣਗੇ। ਤੁਸੀਂ ਗੱਲ ਸਮਝੋ। ਤਾਂ ਨੀਡ ਨਾਟ ਰਿਲਾਈ ਔਨ ਅਦਰ ਪੀਪਲ, ਰਾਈਟ। ਆਪਣੇ ਉੱਤੇ ਡਿਪੈਂਡੈਂਸੀ ਵਧਾਓ। ਤੁਸੀਂ ਕੀ ਕਰੋ, ਤੁਸੀਂ ਰਿਕਾਰਡ ਕੀਤਾ, ਰਿਕਾਰਡ ਕਰਕੇ ਹੀ ਤੁਸੀਂ ਐਨਾਲਾਈਜ਼ ਕਰ ਸਕਦੇ ਹੋ। ਅਤੇ ਹੁਣ ਐਨਾਲਾਈਜ਼ ਕਰਨਾ ਕੀ ਹੈ, ਐਨਾਲਾਈਜ਼ ਫਸਟ ਆਫ ਆਲ ਫੋਰ ਯੋਰ ਕੰਟੈਂਟ। ਇਹ ਬਹੁਤ ਜ਼ਰੂਰੀ ਹੈ। ਇਹ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ 6 ਅਤੇ 6.5 ਸਕੋਰ ਕਰਨੇ ਆ। ਜਿਨ੍ਹਾਂ ਨੇ 7 and 7 above ਸਕੋਰ ਕਰਨੇ, ਉਹਨਾਂ ਲਈ ਇੱਕ ਵੱਖਰੀ ਵੀਡੀਓ ਬਣਾਵਾਂਗੇ ਹੋਪਫੁਲੀ। ਤੁਸੀਂ ਇਹਦੇ 'ਚੋਂ ਵੀ ਜੋ ਸਿੱਖ ਸਕਦੇ ਹੋ ਸਿੱਖਣ ਦੀ ਕੋਸ਼ਿਸ਼ ਕਰੋ। ਸੋ ਇਨ ਦੈਟ ਵੀਡੀਓ ਵਿਲ ਟਾਕ ਅਬਾਊਟ ਹਾਊ ਟੂ ਸਕੋਰ 7 and 7 above, ਰਾਈਟ। ਤਾਂ ਤੁਸੀਂ ਕੰਟੈਂਟ 'ਤੇ ਫੋਕਸ ਕਰੋ। ਕੰਟੈਂਟ ਕਿੱਦਾਂ ਹੋਣਾ ਚਾਹੀਦਾ, ਯੋਰ ਕੰਟੈਂਟ ਸ਼ੁੱਡ ਬੀ ਔਨ ਟਾਸਕ। ਮਤਲਬ ਤੁਹਾਨੂੰ ਅਗਰ ਕੁਐਸਚਨ ਪੁੱਛਿਆ ਗਿਆ ਵੀ ਟਾਕ ਅਬਾਊਟ ਯੋਰ ਰੀਸੈਂਟ ਟ੍ਰਿਪ ਟੂ ਅ ਹਿਲ ਸਟੇਸ਼ਨ, ਹੈ ਨਾ, ਅਤੇ ਤੁਸੀਂ ਅਗਰ ਹਿਲ ਸਟੇਸ਼ਨ ਅਤੇ ਟ੍ਰਿਪ ਅਤੇ ਜੋ ਵੀ ਉਹਦੇ ਅਰਾਊਂਡ ਗੱਲਾਂ ਨੇ, ਅਗਰ ਉਹਦੇ ਉੱਤੇ ਨਹੀਂ ਕਰ ਰਹੇ ਗੱਲ ਆਪਣੀ, ਉਹਦੇ 'ਤੇ ਵਿਊ ਪੁਆਇੰਟਸ ਨਹੀਂ ਐਕਸਪ੍ਰੈਸ ਕਰ ਰਹੇ ਜੋ ਹੋਣੇ ਚਾਹੀਦੇ ਨੇ, ਤਾਂ ਤੁਸੀਂ ਔਨ ਟਾਸਕ ਨਹੀਂ ਹੋ। ਗੱਲ ਸਮਝ ਰਹੇ ਹੋ। ਫੋਰ ਐਗਜ਼ਾਮਪਲ ਯੂ ਟਾਕ ਅਬਾਊਟ ਯੂ ਕੀਪ ਔਨ ਟਾਕਿੰਗ ਅਬਾਊਟ ਹਾਊ ਆਈ ਮੈਟ ਮਾਈ ਫਰੈਂਡ ਓਵਰ ਦੇਅਰ, ਰਾਈਟ, which may seem to be somehow related, ਵੀ ਤੁਸੀਂ ਆਪਣੀ ਫਰੈਂਡ ਨੂੰ ਉਸ ਹਿਲ ਸਟੇਸ਼ਨ 'ਤੇ ਮਿਲੇ, but that is not the point or the crux of discussion. You understand what I mean? ਤੁਹਾਡੀ ਡਿਸਕਸ਼ਨ ਹੋਣੀ ਚਾਹੀਦੀ ਵੀ ਤੁਸੀਂ ਆਪਣੀ ਟ੍ਰਿਪ ਬਾਰੇ ਦੱਸੋ ਕੀ ਕੀ ਹੋਇਆ, ਨਾ ਕਿ ਸਿਰਫ ਇੱਕ ਛੋਟੀ ਜਿਹੀ ਪੁਆਇੰਟ ਉੱਤੇ ਹੀ ਤੁਸੀਂ ਸਾਰੀ ਦੀ ਸਾਰੀ ਐਮਫਸਾਈਜ਼ ਵੈਲੀਡੇਸ਼ਨ ਦੇਣੀ ਸ਼ੁਰੂ ਕਰ ਦਿਓ, ਰਾਈਟ। ਅਗਰ ਤੁਸੀਂ ਇਹ ਕਹਿੰਦੇ ਪਏ ਹੋ ਤਾਂ ਤੁਸੀਂ ਆਊਟ ਆਫ ਟਾਸਕ ਹੋ ਜਾਓਗੇ, ਟਾਸਕ ਅਚੀਵਮੈਂਟ ਤੁਹਾਡੀ ਡੀਕਰੀਜ਼ ਕਰ ਜੇਗੀ। ਟਾਸਕ ਅਚੀਵਮੈਂਟ ਹੁੰਦਾ ਪੁਆਇੰਟ ਜਿਹਦੇ ਨਾਲ ਤੁਸੀਂ ਆਪਣੇ ਬੈਂਡ ਸਕੋਰ ਇਨਕਰੀਜ਼ ਕਰਨੇ ਹੁੰਦੇ, ਰਾਈਟ। ਸੋ ਫਸਟ ਇਜ਼ ਯੂ ਨੀਡ ਟੂ ਬੀ ਔਨ ਟਾਸਕ। ਸੈਕਿੰਡ, ਤੁਹਾਡਾ ਜਿਹੜਾ ਕੰਟੈਂਟ ਹੈ ਉਹ ਰੈਪੀਟੇਟਿਵ ਨਹੀਂ ਹੋਣਾ ਚਾਹੀਦਾ। ਮੇਕ ਸ਼ੋਰ ਤੁਹਾਡਾ ਕੰਟੈਂਟ ਅਗਰ ਰੈਪੀਟੇਟਿਵ ਹੈ ਤਾਂ ਤੁਹਾਡੇ ਲਈ ਉਹ ਗੜਬੜ ਹੈ। ਬਾਰ-ਬਾਰ ਤੁਸੀਂ ਸੇਮ ਹੀ ਚੀਜ਼ ਬੋਲੀ ਜਾ ਰਹੇ ਹੋ ਸਕਦਾ ਤੁਸੀਂ ਸੇਮ ਸੈਂਟੈਂਸ ਚੋਇਸ ਯੂਜ਼ ਕਰ ਰਹੇ ਹੋ, ਸੈਂਟੈਂਸ ਫਾਰਮੇਸ਼ਨ ਤੁਹਾਡੀ ਇੱਕੋ ਜਿਹੀ ਹੋ ਰਹੀ ਹੈ, ਠੀਕ ਹੈ। ਤਾਂ ਅਗਰ ਤੁਸੀਂ ਇੱਦਾਂ ਬੋਲੀ ਜਾਓਗੇ ਦੈਨ ਲੈਸ ਲਾਈਕਲੀ ਯੂ ਵਿਲ ਬੀ ਗ੍ਰੇਡਡ ਇਵਨ 6 or 6.5. The examiner will pull down you to 5.5 or maybe 5, right? And mostly if people are unable to score 6 and 6 above in speaking, ਇਹਦਾ ਕਾਰਨ ਇਹੀ ਆ, ਤਾਂ ਯਾਦ ਰੱਖਣਾ, ਠੀਕ ਹੈ। ਰੈਪੀਟੇਟਿਵ ਨਹੀਂ ਹੋਣਾ ਚਾਹੀਦਾ। ਦੂਸਰਾ, ਤੁਹਾਡਾ ਕੰਟੈਂਟ ਰਿਚ ਹੋਣਾ ਚਾਹੀਦਾ। ਰਿਚ ਦਾ ਮਤਲਬ ਹੈ ਯੂ ਨੀਡ ਟੂ ਹੈਵ ਆਈਡੀਆਜ਼, ਹੈ ਨਾ, ਯੂ ਨੀਡ ਟੂ ਹੈਵ ਕ੍ਰੀਏਟਿਵ ਆਈਡੀਆਜ਼। ਹੁਣ ਕ੍ਰੀਏਟਿਵ ਦਾ ਮਤਲਬ ਇਹ ਨਹੀਂ ਵੀ ਪਤਾ ਨਹੀਂ ਕਿਹੜੀ ਕਾਰਡ ਕੱਢਣੀ ਹੈਗੀ ਆ। ਕ੍ਰੀਏਟਿਵ ਦਾ ਮਤਲਬ ਹੈਗਾ ਇੱਥੇ ਵੀ ਤੁਹਾਡੇ ਕੋਲ ਆਈਡੀਆਜ਼ ਤੁਹਾਡੇ ਓਰੀਜਨਲ ਹੋਣੇ ਚਾਹੀਦੇ ਨੇ। ਤੁਸੀਂ ਇੱਦਾਂ ਬੋਲੋ ਜਿੱਦਾਂ ਐਗਜ਼ਾਮੀਨਰ ਨੂੰ ਸੁਣ ਕੇ ਲੱਗੇ ਵੀ ਹਾਂ ਇਹ ਤੁਸੀਂ ਹੋ ਗਏ ਸੀ ਉੱਥੇ, ਤੁਸੀਂ ਆਪਣੀ ਹੀ ਕਹਾਣੀ ਦੱਸ ਰਹੇ ਹੋ, ਹੈ ਨਾ। ਕੋਈ ਵੀ ਲਾਈਵ ਐਕਸਪੀਰੀਅੰਸਿਸ ਇੱਦਾਂ ਦੇ ਨੇ, ਤੁਹਾਡੇ ਓਰੀਜਨਲ ਆਈਡੀਆਜ਼ ਲੱਗਣੇ ਚਾਹੀਦੇ ਨੇ। ਅਤੇ ਜਿੰਨੇ ਜ਼ਿਆਦਾ ਆਈਡੀਆਜ਼ ਹੋਣਗੇ ਉਨੀ ਜ਼ਿਆਦਾ ਤੁਸੀਂ ਗੱਲ ਕਰ ਸਕਦੇ ਹੋ, ਉਨੀ ਜ਼ਿਆਦਾ ਗੱਲ ਕਰੋਗੇ ਉਨਾ ਹੀ ਘੱਟ ਰੈਪੀਟੇਟਿਵ ਹੋਊਗਾ ਤੁਹਾਡਾ ਕੰਟੈਂਟ, ਠੀਕ ਹੈ।
ਤਾਂ ਇਹ ਥਰਡ ਪੈਰਾਮੀਟਰ ਹੈ ਜੇ ਤੁਸੀਂ ਆਪਣੀ ਸਪੀਕਿੰਗ ਨੂੰ ਇੰਪਰੂਵ ਕਰਨਾ, ਰਾਈਟ। ਤਾਂ ਜਦੋਂ ਆਪਾਂ ਟਾਸਕ ਅਚੀਵਮੈਂਟ ਦੀ ਗੱਲ ਕਰਦੇ ਹਾਂ ਤਾਂ ਮੇਕ ਸ਼ੋਰ ਵੀ ਤੁਹਾਡੇ ਆਈਡੀਆਜ਼ ਰਿਚ ਹੋਣ, ਟਾਸਕ ਅਚੀਵਮੈਂਟ ਤੇ ਟਾਸਕ ਤੇ ਹੋਣ, ਮਤਲਬ ਇਹਨੂੰ ਰੈਲੀਵੈਂਟ ਕਹਿੰਦੇ ਆ ਟੌਪਿਕ ਦੇ ਅਨੁਸਾਰ, ਤੇ ਰੈਪੀਟੇਟਿਵ ਨਾ ਹੋਣ। ਅਗਰ ਤਿੰਨ ਚੀਜ਼ਾਂ ਤੁਸੀਂ ਇਨਕਲੂਡ ਕਰਕੇ ਚੱਲਦੇ ਹੋ ਤੇ ਐਨਾਲਾਈਜ਼ ਕਰਦੇ ਹੋ ਤੇ ਇੰਪਰੂਵ ਕਰਕੇ ਦੁਬਾਰਾ ਰਿਕਾਰਡ ਕਰਦੇ ਹੋ ਆਪਣੇ ਆਪ ਨੂੰ, ਤਾਂ ਹੋਪਫੁਲੀ ਯੂ ਵਿਲ ਡੈਫੀਨੇਟਲੀ ਇੰਪਰੂਵ ਯੋਰ ਇੰਗਲਿਸ਼ ਸਪੀਕਿੰਗ। ਤਾਂ ਇਹ ਇੰਗਲਿਸ਼ ਸਪੀਕਿੰਗ ਸਿਰਫ ਆਇਲਸ ਦੇ ਮਾਧਿਅਮ ਰਾਹੀਂ ਨਹੀਂ ਹੈ ਤੁਸੀਂ ਇੰਪਰੂਵ ਕਰ ਸਕਦੇ, ਤੁਸੀਂ ਇਹਨੂੰ ਡੇ ਟੂ ਡੇ ਲਾਈਫ ਦੇ ਵਿੱਚ ਵੀ ਇੰਪਰੂਵ ਕਰ ਸਕਦੇ ਹੋ ਇਫ ਯੂ ਰੀਅਲੀ ਵਾਂਟ ਟੂ ਇੰਪਰੂਵ ਯੋਰ ਇੰਗਲਿਸ਼ ਸਪੀਕਿੰਗ, ਰਾਈਟ। ਤੇ ਦੂਸਰਾ ਹੁੰਦਾ ਆ, ਹੁਣ ਇੱਕ ਤਾਂ ਕਾਰਨ ਸੀਗਾ ਵੀ ਆਪਾਂ ਐਨਾਲਾਈਜ਼ ਕੀਤਾ ਵੀ ਤੁਹਾਡਾ ਕੰਟੈਂਟ ਹੈ ਨਾ, ਦੂਸਰੀ ਚੀਜ਼ ਤੁਸੀਂ ਕੀ ਐਨਾਲਾਈਜ਼, ਤੁਸੀਂ ਐਨਾਲਾਈਜ਼ ਕਰਨੀ ਹੈ ਵੀ ਤੁਸੀਂ ਰਿਕਾਰਡਿੰਗ 'ਚ ਇਹ ਸੁਣਿਆ ਵੀ ਹਾਊ ਈਜ਼ੀਲੀ ਆਰ ਯੂ ਏਬਲ ਟੂ ਐਕਸਪ੍ਰੈਸ ਯੋਰ ਸੈਲਫ। ਤੁਹਾਨੂੰ ਸਾਹ ਚੜ੍ਹ ਰਿਹਾ, ਰਾਈਟ, ਆਰ ਯੂ ਫੇਲਿੰਗ ਟੂ ਕੈਚ ਯੋਰ ਬ੍ਰੈਥ, ਤੁਹਾਨੂੰ ਸਾਹ ਚੜ੍ਹਦੇ ਚੜ੍ਹਦੇ ਤੁਸੀਂ ਥੱਕ ਰਹੇ ਹੋ ਬੋਲਣ ਲੱਗਿਆ, ਤੁਹਾਡੀ ਜੀਭ ਸੁੱਕ ਰਹੀ ਹੈ, ਕਿਉਂਕਿ ਜਦੋਂ ਤੁਸੀਂ ਰਿਕਾਰਡ ਕੀਤਾ ਹੋਇਆ ਸੁਣੋਗੇ ਨਾ ਆਪਣੇ ਆਪ ਨੂੰ ਤਾਂ ਤੁਹਾਨੂੰ ਇਹ ਮਹਿਸੂਸ ਹੋ ਜਾਊਗਾ ਆਟੋਮੈਟਿਕਲੀ। ਅਗਰ ਤੁਹਾਨੂੰ ਮਹਿਸੂਸ ਹੋ ਰਿਹਾ ਤਾਂ ਐਗਜ਼ਾਮੀਨਰ ਤੁਹਾਡੇ ਮੂਹਰੇ ਬੈਠਾ ਉਹਨੂੰ ਨਹੀਂ ਮਹਿਸੂਸ ਹੋਊਗਾ, ਸੋਚਣ ਵਾਲੀ ਗੱਲ ਹੈ ਨਾ। ਤਾਂ ਹਾਊ ਈਜ਼ਲੀ ਯੂ ਆਰ ਏਬਲ ਟੂ ਐਕਸਪ੍ਰੈਸ ਯੋਰ ਆਈਡੀਆਜ਼, ਰਾਈਟ, ਕਿ ਤੁਸੀਂ ਹੈਜ਼ੀਟੇਟ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਇਹਦੇ ਨਾਲ ਇੱਕ ਹੋਰ ਪੁਆਇੰਟ ਐਡ ਕਰ ਲਓ, ਠੀਕ ਹੈ। ਹਾਊ ਈਜ਼ਲੀ ਐਂਡ ਹਾਊ ਹੈਜ਼ੀਟੈਂਟ ਯੂ ਆਰ। ਜੇ ਤੁਸੀਂ ਹੈਜ਼ੀਟੇਟ ਕਰ ਰਹੇ ਹੋ, ਤੁਹਾਡਾ ਇੱਕ ਪੁਆਇੰਟ ਸੋਚਣ 'ਤੇ ਤੁਹਾਨੂੰ ਟਾਈਮ ਲੱਗ ਰਿਹਾ, ਦੂਸਰਾ ਵੀ ਟਾਈਮ ਲੱਗ ਰਿਹਾ, ਤੀਸਰਾ ਵੀ ਟਾਈਮ ਲੱਗ ਰਿਹਾ, ਜਾਂ ਫਰਜ਼ ਕਰ ਲਓ ਤੁਸੀਂ ਪੁਆਇੰਟਸ ਤਾਂ ਬਹੁਤ ਛੇਤੀ ਸੋਚ ਰਹੇ ਹੋ ਪਰ ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਕਰ ਪਾ ਰਹੇ ਹੋ, ਜੋੜ ਕੇ ਬੋਲ ਨਹੀਂ ਪਾ ਰਹੇ ਹੋ, you are struggling to connect your ideas, ठीक है, be it because you do not have the right language, you're missing out on the words, maybe you are missing out on the connectors, right, ਕੁਝ ਵੀ ਹੋ ਸਕਦਾ। ਤਾਂ ਆਪਣੇ ਉਹਨੂੰ ਇਸ ਚੀਜ਼ ਪੱਖੋਂ ਵੀ ਰਿਕਾਰਡ ਕਰਕੇ ਐਨਾਲਾਈਜ਼ ਕਰੋ, ਕਿਉਂਕਿ ਐਨਾਲਾਈਜ਼ ਕਰੋਗੇ ਤੁਹਾਨੂੰ ਅਸਲੀਅਤ ਪਤਾ ਚੱਲ ਜਾਊਗੀ, ਤੁਹਾਨੂੰ ਕਿਸੇ ਹੋਰ ਕੋਲੋਂ ਪੁੱਛਣ ਦੀ ਲੋੜ ਨਹੀਂ ਆਪਣੀ ਅਸਲੀਅਤ, ਰਾਈਟ। ਤਾਂ ਤੁਸੀਂ ਉਹਨੂੰ ਆਪਣੇ ਆਪ ਨੂੰ ਰਿਕਾਰਡ ਕੀਤਾ, ਐਨਾਲਾਈਜ਼ ਕੀਤਾ ਤੇ ਇਹਦੇ ਉੱਤੇ ਕੰਮ ਕਰੋ, ਦੈਨ ਰਿਕਾਰਡ ਯੋਰਸੈਲਫ ਅਗੇਨ, ਰਾਈਟ। ਸੀ ਮੈਂ ਕਿੱਥੇ ਹੈਜ਼ੀਟੈਂਟ ਸੀਗਾ ਉਹਨੂੰ ਬਾਰ-ਬਾਰ ਬੋਲੋ। more likely if you are missing out on these things ਤਾਂ ਉਹਦਾ ਕਾਰਨ ਇਹੀ ਹੈ ਵੀ ਤੁਸੀਂ ਪ੍ਰੈਕਟਿਸ ਨਹੀਂ ਕੀਤੀ, you are out of practice। ਤਾਂ ਇਹ ਕਿਸੇ ਵਾਸਤੇ ਵੀ ਹੋ ਸਕਦਾ ਹੈ, ਉਹ ਇਨਸਾਨ ਵੀ ਜਿਹਨੇ ਕਦੀ ਬੋਲਿਆ ਨਹੀਂ ਇੰਗਲਿਸ਼, ਉਹ ਇਨਸਾਨ ਵੀ ਜਿਹਨੇ ਬੋਲਿਆ ਆ ਪਰ ਉਹਨੇ ਕਦੀ ਇਸ ਦਾਇਰੇ ਦੇ ਵਿੱਚ ਨਹੀਂ ਬੋਲਿਆ, ਇਸ ਤਰੀਕੇ ਦੇ ਨਾਲ ਨਹੀਂ ਬੋਲਿਆ, ਸਮਝ ਰਹੇ ਹੋ। ਇੱਕ ਰਹਿਤ ਹੁੰਦੀ ਨਾ, ਇਹ ਰਹਿਤ ਦੇ ਵਿੱਚ ਤੁਹਾਨੂੰ ਲਿਆਉਣਾ ਪਏਗਾ ਆਪਣੇ ਆਪ ਨੂੰ, ਰਾਈਟ। ਉਸ ਤੋਂ ਬਾਅਦ ਦੀ ਗੱਲ ਆਉਂਦੀ ਹੈ ਸਪੀਕ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਸਪੀਡ, ਠੀਕ ਹੈ, ਸਪੀਕਿੰਗ ਦੀ ਗੱਲ ਆਉਂਦੀ, ਜਦੋਂ ਸਪੀਡ ਦੀ ਗੱਲ ਆਉਂਦੀ ਹੈ, ਸਪੀਡ ਦੇ ਵਿੱਚ ਕੀ ਹੁੰਦਾ ਵੀ ਯੂ ਡੂ ਨਾਟ ਹੈਵ ਟੂ ਫੋਕਸ ਟੂ ਸਪੀਕ ਟੂ ਕੁਇਕ ਔਰ ਟੂ ਸਲੋ, ਰਾਈਟ। ਇਟ ਹੈਜ਼ ਟੂ ਬੀ ਇੰਟਰਮੀਡੀਏਟ, ਮਤਲਬ ਤੁਸੀਂ ਬੜਾ ਤੇਜ਼ ਨਹੀਂ ਬੋਲਣ ਦੀ ਕੋਸ਼ਿਸ਼ ਕਰਨੀ, ਬੜਾ ਸਲੋ ਨਹੀਂ ਬੋਲਣ ਦੀ ਕੋਸ਼ਿਸ਼ ਕਰਨੀ, ਵਿੱਚ ਵਿਚਾਲੇ ਜਿਹਾ ਤੁਸੀਂ ਕੋਸ਼ਿਸ਼ ਕਰੋ, ਬਿਕਾਜ਼ ਜੇ ਤੁਸੀਂ ਜ਼ਿਆਦਾ ਤੇਜ਼ ਬੋਲੋਗੇ ਦੈਨ ਯੂ ਮੇ ਰਿਸਕ encountering issues wherein you would miss out on the words, ਹੈ ਨਾ, ਤੁਹਾਡੇ ਮੂੰਹ 'ਚ ਅੱਧੇ ਪਚੱਧੇ ਵਰਡ ਰਹਿ ਜਾਣਗੇ, or you may overlap some words, ਠੀਕ ਹੈ, ਇੱਕ ਵਰਡ ਬੋਲਿਆ ਨਹੀਂ ਦੂਜਾ ਵਰਡ ਉਹਦੇ ਉੱਤੇ ਬੋਲ ਦਿੱਤਾ, ਪਹਿਲਾਂ ਹਜੇ ਖਤਮ ਨਹੀਂ ਹੋਇਆ, ਗੱਲ ਸਮਝ ਰਹੇ ਹੋ। ਦੈਨ ਓਬਵੀਅਸਲੀ ਇਫ ਦਿਸ ਥਿੰਗ ਹੈਪਨਸ ਦੈਨ ਦ ਕੁਆਲਿਟੀ ਆਫ ਯੋਰ ਸਪੀਚ ਵਿਲ ਡੀਕਰੀਜ਼, ਤੇ ਕੁਆਲਿਟੀ ਆਫ ਸਪੀਚ ਘੱਟ ਜਾਏਗੀ, ਦੈਨ ਓਬਵੀਅਸਲੀ ਯੂ ਵਿਲ ਬੀ ਅਨਕਲੀਅਰ ਟੂ ਦ ਐਗਜ਼ਾਮੀਨਰ, ਬਿਕਾਜ਼ in the examination you might have noticed that you are recorded, ਹੈ ਨਾ। if you're recorded, your recording is then sent to the examiners, ਦੋ examiners ਨੂੰ send ਕੀਤੀ ਜਾਂਦੀ ਹੈ, who then individually grade you, and then whatever they grade you, you get the average of those grades। ਤਾਂ ਇੱਦਾਂ ਹੁੰਦਾ ਹੈ, ਇਹ ਨਹੀਂ ਹੈ ਵੀ ਜਿਹੜਾ ਤੁਹਾਡੇ ਸਾਹਮਣੇ ਐਗਜ਼ਾਮੀਨਰ ਬੈਠਾ ਉਹੀ ਸਿਰਫ ਤੁਹਾਨੂੰ ਗ੍ਰੇਡ ਕਰਦਾ ਹੈ। ਤਾਂ ਧਿਆਨ ਰੱਖਣਾ ਵੀ what you are speaking is crystal clear and with great patience and full command। ਤੁਸੀਂ ਅਗਰ ਤੁਹਾਡੀ ਆਵਾਜ਼ ਦੇ ਵਿੱਚ ਥੋੜ੍ਹਾ ਜਿਹਾ ਢਿੱਲਾਪਨ ਮਹਿਸੂਸ ਹੋ ਰਿਹਾ ਆ, ਕਮਜ਼ੋਰ ਮਹਿਸੂਸ ਹੋ ਰਹੇ ਹੋ, ਡਰੇ ਮਹਿਸੂਸ ਹੋ ਰਹੇ ਹੋ, ਰਾਈਟ, ਅਨਸ਼ਿਓਰ ਮਹਿਸੂਸ ਹੋ ਰਹੇ ਹੋ, ਤੁਹਾਡੀ ਆਵਾਜ਼ ਕੰਬਦੀ ਪਈ ਆ, ਯੂ ਆਰ ਟਰੈਂਬਲਿੰਗ, ਦੈਨ ਉਹ ਨਜ਼ਰ ਆ ਜਾਊਗਾ ਨਾ, ਉਹ ਕਿਉਂਕਿ ਤੁਹਾਡੀ ਆਵਾਜ਼ ਰਿਕਾਰਡ ਹੋਈ ਪਈ ਹੈ। ਤਾਂ ਮੇਕ ਸ਼ੋਰ ਹਾਊ ਈਜ਼ੀ ਯੂ ਆਰ ਇਨ ਐਕਸਪ੍ਰੈਸਿੰਗ ਯੋਰ ਆਈਡੀਆਜ਼, ਹੈ ਨਾ, ਅਤੇ ਹਾਊ ਕੁਇਕ ਯੂ ਆਰ ਇਨ ਐਕਸਪ੍ਰੈਸਿੰਗ ਯੋਰ ਸੈਲਫ, ਐਵਰੀਥਿੰਗ ਇਜ਼ ਕੈਲਕੂਲੇਟਿਡ, ਐਵਰੀਥਿੰਗ ਇਜ਼ ਰਿਕਾਰਡਡ ਬਾਈ ਦੇਅਰ। ਤਾਂ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਤਾਂ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਕਦੀ ਵੀ ਇੱਦਾਂ ਨਾ ਕਰੋ, ਕਦੀ ਵੀ ਤੁਹਾਡਾ ਸਾਹ ਨਾ ਸੁੱਕੇ। ਅਤੇ ਪਰ ਜੇ ਸਾਹ ਸੁੱਕ ਰਿਹਾ ਆ, ਹਰ ਇੱਕ ਦਾ ਸੁੱਕਦਾ ਸੀ, ਮੇਰਾ ਵੀ ਸੁੱਕਦਾ, ਤਾਂ ਉਹਦੇ ਲਈ ਕੀ ਕਰ ਸਕਦੇ ਹੋ, ਯੂ ਕੈਨ ਪ੍ਰੈਕਟਿਸ ਐਂਡ ਯੂ ਮਸਟ ਪ੍ਰੈਕਟਿਸ, ਬਿਕਾਜ਼ ਅਦਰਵਾਈਜ਼ ਦੇਅਰ ਇਜ਼ ਨੋ ਵੇ ਆਊਟ, ਰਾਈਟ। ਅੱਛਾ, ਅਤੇ ਹੁਣ ਤੀਜੀ ਅਤੇ ਮੋਸਟ ਇੰਪੋਰਟੈਂਟ ਚੀਜ਼ ਆਫਟਰ ਰਿਕਾਰਡਿੰਗ ਐਂਡ ਐਨਾਲਾਈਜ਼ਿੰਗ ਯੋਰ ਓਨ ਸਪੀਚ ਇਜ਼ ਗੈਟਿੰਗ ਟੂ ਨੋ ਦ ਸਟਰਕਚਰ, ਠੀਕ ਹੈ। ਤਾਂ ਸਟਰਕਚਰ ਹੋਣਾ ਚਾਹੀਦਾ ਹਰ ਇੱਕ ਚੀਜ਼ ਨੂੰ ਬੋਲਣ ਦਾ। ਕੋਈ ਵੀ ਚੀਜ਼ ਬੋਲ ਰਹੇ ਹੋ ਤਾਂ ਪਹਿਲਾਂ ਕਾਇਦੇ ਦੇ ਵਿੱਚ ਬੋਲਣਾ ਸਿੱਖੋ। ਕਾਇਦਾ ਕੀ ਹੈ ਵੀ ਕੋਈ ਵੀ ਚੀਜ਼ ਉੱਤੇ ਬੋਲੋਗੇ ਦੇ ਨੀਡਸ ਟੂ ਬੀ ਐਨ ਓਪਨਿੰਗ ਸਟੇਟਮੈਂਟ। ਤਾਂ ਓਪਨਿੰਗ ਸਟੇਟਮੈਂਟ ਦਾ ਮਤਲਬ ਇਹ ਨਹੀਂ ਹੈ ਵੀ ਇੱਕੋ ਹੀ ਸਟੇਟਮੈਂਟ ਹੋਵੇ, ਇੱਕੋ ਹੀ ਸੈਂਟੈਂਸ ਹੋਵੇ, ਰਾਈਟ। ਉਹ ਹੋ ਸਕਦਾ 2 ਸੈਂਟੈਂਸ ਹੋਣ, ਹੋ ਸਕਦਾ 3 ਸੈਂਟੈਂਸ ਹੋਵੇ, ਹੋ ਸਕਦਾ ਇੱਕੋ ਹੀ ਹੋਵੇ, ਠੀਕ ਹੈ। ਤਾਂ ਦੇयर ਨੀਡਸ ਟੂ ਬੀ ਐਨ ਓਪਨਿੰਗ ਸੈਂਟੈਂਸ, ਦੈਨ ਦ ਮੇਨ ਬੋਡੀ of the point of discussion ਜਿਹਦੇ ਉੱਤੇ ਗੱਲ ਕਰ ਰਹੇ ਹੋ, which must include what, when, why, where,
ठीक है। अगर ये 3-4 चीज़ां हैगियां ने दैन ऑब्वियसली यू आर स्पीकिंग ऑन टास्क, यू आर रिच इन कंटेंट, यू आर नॉट मिसिंग आउट ऑन दी कोहेरेंट नेचर, भी एक दूजे ਨਾਲ चीज़ जुड़ रही ने, रेलीवेंट ने, कनैक्टेड टू ईच अदर, राइट। तो उस तो बाद क्लोजिंग होनी चाहिए है। कोई भी चीज़ बोल रहे हो अगर क्लोजिंग नहीं है, ਇਹਦਾ ਮਤਲਬ ਤੁਸੀਂ ਸਹਿਮਤੀ ਨਹੀਂ ਜਤਾ ਰਹੇ ਹੋ। ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕੋਈ ਵੀ ਗੱਲ ਕਰਦੇ ਹਾਂ ਐਂਡ 'ਤੇ ਆਪਾਂ ਕਹਿ ਦਿੰਦੇ ਹਾਂ ਨਾ ਵੀ ਇਸ ਕਰਕੇ ਇਹ ਹੋ ਰਿਹਾ ਹੈ, ਇਸ ਕਰਕੇ ਦੀ ਵਜ੍ਹਾ ਇਹ ਆ, ਇਸ ਕਰਕੇ ਇਸ ਚੀਜ਼ ਦਾ ਰੁਝਾਨ ਜ਼ਿਆਦਾ ਆ, ਜਾਂ ਇਸ ਕਰਕੇ ਇਹਦੇ ਵੱਲ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਰਾਈਟ। ਤਾਂ ਕਲੋਜ਼ਿੰਗ ਵੀ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਕਲੋਜ਼ਿੰਗ ਨਹੀਂ ਹੈ ਦੈਨ ਅਗੇਨ ਦ ਐਗਜ਼ਾਮੀਨਰ ਵੁੱਡ ਅੰਡਰਸਟੈਂਡ ਦੈਟ ਯੂ ਆਰ ਨਾਟ academically so sound wherein you can speak to close your conversation as well। ਅੱਧੀ ਵੀ ਅੱਧੀ ਛੱਡ ਦੋਗੇ, ਠੀਕ ਹੈ। ਤਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ। ਤੁਸੀਂ ਹੋ ਸਕਦਾ ਆਪਣੇ ਵੱਲੋਂ ਗੱਲ ਪੂਰੀ ਕਰ ਚੁੱਕੇ ਹੋ ਪਰ ਫਿਰ ਵੀ ਤੁਸੀਂ ਕਲੋਜ਼ ਕਰਨੀ ਹੈ। ਜਿੱਦਾਂ ਕਹਿੰਦੇ ਆ ਨਾ ਵੀ ਪਤਾ ਹੀ ਹੈ ਵੀ ਇੱਧਰ ਹੁਣ ਲੈਫਟ 'ਤੇ ਮੁੜਨਾ ਆ, ਖੱਬਾ ਇੰਡੀਕੇਟਰ ਕੋਈ ਹੋਰ ਆ ਨਹੀਂ ਰਿਹਾ, ਸਟਿਲ ਯੂ ਨੀਡ ਟੂ ਟਰਨ ਲੈਫਟ, ठीक है। सो दैट एनीबडी हु इज़ अबाउट टू टर्न लेफ्ट आफ्टर यू और is wanting to turn left by overtaking you may get indicated भी हाँ जी you are turning first towards left, right, and then the other person must follow। ਤਾਂ ਆਪਣਾ ਬਚਾਅ ਆਪ ਕਰਕੇ ਰੱਖੋ। ਤਾਂ ਇਹ ਕੁਝ ਚੀਜ਼ਾਂ ਨੇ ਜਿੱਦਾਂ ਦਾ ਧਿਆਨ ਤੁਸੀਂ ਸਾਰੇ ਰੱਖੋ ਜੇ ਤੁਸੀਂ ਸਕੋਰ ਕਰਨਾ ਚਾਹੁੰਦੇ ਹੋ 6 and 6 above or 6.5, ਰਾਈਟ। ਇਹ ਚੀਜ਼ਾਂ ਤੁਹਾਨੂੰ ਜ਼ਰੂਰ ਹੈਲਪ ਆਊਟ ਕਰਨਗੀਆਂ। ਇਹ ਮੈਂ ਕੋਰ ਕਮੀ ਦੇਖਦਾ ਜਿੰਨੇ ਵੀ ਸਟੂਡੈਂਟਸ ਨੂੰ ਅੱਜ ਤੱਕ ਪੜ੍ਹਾਇਆ, ਅਸੀਂ 2016 ਤੋਂ ਇਹ ਬਿਜ਼ਨਸ ਰਨ ਕਰ ਰਹੇ ਹਾਂ, ਤਾਂ ਇਟਸ ਬੀਨ ਆਲਮੋਸਟ 7-8 years ਨਾਓ। ਤਾਂ ਐਵਰੀਬਡੀ ਸਟਰਗਲਿੰਗ ਟੂ ਸਪੀਕ ਬਿਕਾਜ਼ ਉਹ ਇਹ 3-4 ਜਿਹੜੇ ਪੈਰਾਮੀਟਰਸ ਨੇ ਇੱਥੇ ਕੰਮ ਨਹੀਂ ਕਰਦੇ। ਹਰ ਇੱਕ ਗਾਇਕ ਨੇ ਇਹਦੇ ਉੱਤੇ ਕੰਮ ਕੀਤਾ ਹੈ। ਮੈਂ ਖੁਦ ਨੂੰ ਬਹੁਤ ਵਾਰੀ ਰਿਕਾਰਡ ਕੀਤਾ ਹੈ ਆਪਣੇ ਆਪ ਨੂੰ, ਅਤੇ ਮੈਨੂੰ ਵੀ ਆਪਣੀ ਆਵਾਜ਼ ਸੁਣ ਕੇ ਪਹਿਲਾਂ ਬੜਾ ਅਜੀਬ ਲੱਗਦਾ ਸੀ, ਪਰ ਹੁਣ ਮੈਂ ਬਹੁਤ ਕੰਫਰਟੇਬਲ ਹਾਂ। ਮੈਂ ਹਜੇ ਵੀ ਤੁਹਾਡੇ ਨਾਲ ਗੱਲ ਕਰ ਰਿਹਾ, ਮੈਂ ਹਾਲੇ ਵੀ ਆਪਣੀ ਆਵਾਜ਼ ਨੂੰ ਸੁਣ ਰਿਹਾ। I'm conscious enough to listen to my own voice, how I am speaking and how can actually improve as well, right। For example मैं वीडियो रिकॉर्ड ਤੁਹਾਡੇ ਸਾਹਮਣੇ ਕਰ ਰਿਹਾ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਅੱਗੋਂ ਕੋਈ ਵੀ ਵੀਡੀਓ ਮੈਂ ਰਿਕਾਰਡ ਕਰਾਂ ਇਹਨੂੰ ਬਾਰ-ਬਾਰ ਸੁਣ ਕੇ ਐਨਾਲਾਈਜ਼ ਕਰਕੇ ਮੈਂ ਉਹਨੂੰ ਹੋਰ ਵਧੀਆ ਤਰੀਕੇ ਨਾਲ ਰਿਕਾਰਡ ਕਰ ਸਕਾਂ, ਤਾਂ ਕਿ ਜਿਹੜਾ ਮੈਂ ਆਪਣਾ ਪੁਆਇੰਟ ਪੁੱਟ ਅਕ੍ਰੋਸ ਕਰਨਾ ਚਾਹੁੰਦਾ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਪੁਆਇੰਟ ਪੁੱਟ ਅਕ੍ਰੋਸ ਕਰਾਂ, ਘੱਟ ਸ਼ਬਦਾਂ 'ਚ ਕਰਾਂ, ਘੱਟ ਟਾਈਮ ਦੇ ਵਿੱਚ ਕਰਾਂ, ਤਾਂ ਕਿ ਤੁਹਾਨੂੰ ਜਿਹੜਾ ਸੋਲਿਊਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੈਟ ਸ਼ੁੱਡ ਬੀ ਇੰਸਟੈਂਟ, ਰਾਈਟ। ਅਤੇ ਲੈਟਸ ਲਰਨ, ਹੈ ਨਾ, ਸਾਰੇ ਅਸੀਂ ਸਿੱਖੀਏ। ਅਤੇ ਅਗਰ ਇਹ ਵੀਡੀਓ ਤੁਹਾਨੂੰ ਹੈਲਪ ਆਊਟ ਕੀਤੀ ਤਾਂ ਡੂ ਲਾਈਕ ਇਟ, ਸ਼ੇਅਰ ਇਟ ਵਿਦ ਸਮਬਡੀ ਹੂ ਯੂ ਥਿੰਕ ਮੇ ਆਲਸੋ ਗੈਟ ਹੈਲਪਡ, ਠੀਕ ਹੈ। ਅਤੇ ਤੀਜਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ। ਅਤੇ ਅਗਰ ਕਿਸੇ ਤੁਹਾਡੇ ਸਾਰਿਆਂ 'ਚੋਂ ਕਿਸੇ ਨੇ ਇਹ ਇੰਪਰੂਵ ਕੀਤਾ ਹੈ ਸਟ੍ਰੈਟਜੀ ਨੂੰ ਫੋਲੋ ਕਰਦੇ ਹੋਏ ਤਾਂ ਡੂ ਕੌਮੈਂਟ ਇਨ ਦ ਕੌਮੈਂਟ ਬਾਕਸ ਬਾਈ ਗਿਵਿੰਗ ਅਸ ਸਮ ਰਿਲੇਸ਼ਨ ਟੂ ਇਟ ਵੀ ਅਸੀਂ ਵੀ ਇੱਦਾਂ ਹੀ ਇੰਪਰੂਵ ਕੀਤਾ ਆ, ਹੈ ਨਾ। ਤਾਂ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਰੀਡ ਆਊਟ ਯੂਰ ਕੌਮੈਂਟ ਐਂਡ ਓਬਵੀਅਸਲੀ ਬਾਕੀ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਮਦਦ ਹੋਊਗੀ ਸੁਣ ਕੇ ਵੀ ਦੇਖੋ ਇਹ ਸਟ੍ਰੈਟਜੀ ਹੈਲਪ ਆਊਟ ਕਰਦੀ ਹੈ। ਤਾਂ ਵਰਕ ਔਨ ਇਟ, ਰਾਈਟ। ਸੀ ਯੂ ਅੰਟਿਲ ਦ ਨੈਕਸਟ ਵੀਡੀਓ, ਬਾਏ।